ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਕੌਤਕਾਂ ਦੀ ਜੋ ਲੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਿਨ੍ਹਾਂ ਟਾਈਮਾਂ ਵਿੱਚ ਮਹਾਂਪੁਰਖ ਨਿੱਕੇ ਘੁੰਮਣ ਵਿਰਾਜਮਾਨ ਹੁੰਦੇ ਸੀ, ਉਹਨਾਂ ਟਾਈਮਾਂ ਦੇ ਵਿੱਚ ਸੰਗਤ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀਗਾ ਅਤੇ ਇੱਥੇ ਲੱਸੀ ਦਾ ਲੰਗਰ ਚੱਲਦਾ ਸੀ, ਨਾਲ ਪ੍ਰਸ਼ਾਦੇ ਪਾਣੀ ਦਾ ਲੰਗਰ ਵੀ ਉਹਨਾਂ ਟਾਈਮਾਂ 'ਚ ਚੱਲਦਾ ਰਹਿੰਦਾ ਸੀ। ਹਮੇਸ਼ਾ ਸੰਗਤਾਂ ਆਉਂਦੀਆਂ ਸੀਗੀਆਂ, ਆਪਣੀਆਂ ਮੰਨਤਾਂ ਮੰਗਦੀਆਂ ਸੀ, ਖੁਸ਼ੀ ਨਾਲ ਨਿਹਾਲ ਹੋ ਕੇ ਚਲੀਆਂ ਜਾਂਦੀਆਂ ਸੀ। ਉਹਨਾਂ ਦਿਨਾਂ ਦੀ ਗੱਲ ਹੈ ਕਿ ਇੱਕ ਦਿਨ ਮਹਾਂਪੁਰਖ ਅਚਾਨਕ ਜਿਹੜੇ ਸੀਗੇ ਉਹ ਉੱਠ ਕੇ ਸੰਗਤ ਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੋ ਭਾਈ, ਬਹੁਤ ਸੋਹਣੇ ਮੰਦਰ ਗੁਰੂ ਦਰਬਾਰ ਬਣਾਉਣਾ ਹੈਗਾ, ਇਸ ਕਰਕੇ ਸਾਨੂੰ ਕੁਛ ਸੀਮਟ ਚਾਹੀਦਾ ਹੈ, ਕੁਛ ਰੇਤਾ ਚਾਹੀਦੀ ਹੈਗੀ ਹੈ। ਇਸ ਕਰਕੇ ਭਾਈ ਸੰਗਤ ਨੂੰ ਅਸੀਂ ਆਖਦੇ ਹਾਂ ਕਿ ਕੁਛ ਸੀਮਟ ਲੈ ਕੇ ਆਵੋ ਅਤੇ ਕੁਛ ਰੇਤਾ ਲੈ ਕੇ ਆਓ। ਜਦ ਇੰਨੀ ਗੱਲ ਹੋਈ, ਸੰਗਤ ਬੜੀ ਚਰਜ ਹੋਈ, ਮਨ 'ਚ ਸੋਚਿਆ ਕਿ ਮਹਾਂਪੁਰਖਾਂ ਨੇ ਇਹ ਜਿਹੜੇ ਮੰਦਰ ਹੈਗਾ ਕਿੱਥੇ ਬਣਾਉਣਾ ਹੈਗਾ, ਇੱਟਾਂ ਕਿੱਥੇ ਲਾਉਣੀਆਂ, ਇਹ ਸੀਮਟ ਦੀ ਤਿਆਰੀ ਮਿਸਤਰੀ ਕੋਈ ਨਹੀਂ, ਸਮਾਨ ਕੋਈ ਨਹੀਂ। ਪਰ ਸਾਰੀ ਸੰਗਤ ਜਿਹੜੀ ਸੀ ਮਹਾਂਪੁਰਖਾਂ ਦਾ ਬਚਨ ਸੁਣ ਕੇ ਚੁੱਪ ਰਹੀ ਅਤੇ ਕੁਛ ਸੰਗਤ ਦੇ ਪ੍ਰੇਮੀ ਉੱਠੇ, ਉਹਨਾਂ ਨੇ ਜਾ ਕੇ ਕੁਛ ਸੀਮਟ ਲਿਆਂਦਾ, ਕੁਛ ਰੇਤੇ ਲਿਆਂਦੀ ਅਤੇ ਇਸ ਅਸਥਾਨ ਦੇ ਉੱਤੇ ਆ ਕੇ ਢੇਰੀ ਕਰ ਦਿੱਤੀ। ਜਦ ਢੇਰੀ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੋ, ਕੁਛ ਪ੍ਰੇਮੀ ਉੱਠ ਕੇ ਰੇਤਾ ਦੇ ਲਹਾਂਡੇ ਭਰੋ ਅਤੇ ਕੁਛ ਸੀਮਟ ਪਾ ਕੇ ਇਹਨਾਂ ਨੂੰ ਮਿਕਸ ਕਰ ਦਿਓ, ਇਹਨਾਂ ਨੂੰ ਰਲਾ ਦਿਓ। ਜਦ ਇੰਨੀ ਗੱਲ ਹੋਈ ਤਾਂ ਇਹਨਾਂ ਦਾ ਵਚਨ ਮੰਨ ਕੇ ਕੁਛ ਪ੍ਰੇਮੀਆਂ ਨੇ ਕੀ ਕੀਤਾ, ਉਸ ਟਾਈਮ ਰੇਤਾ ਜਿਹੜੀ ਸੀ ਉਹ ਸਿੱਟ ਕੇ ਇੱਕ ਪਾਸੇ ਲਹਾਂਡਿਆਂ ਨਾਲ ਅਤੇ ਸੀਮਟ ਵਿੱਚ ਪਾ ਕੇ ਰਲਾਉਣਾ ਸ਼ੁਰੂ ਕਰ ਦਿੱਤਾ। ਜਦ ਰਲਾਉਣਾ ਸ਼ੁਰੂ ਕਰਤਾ, ਸੰਗਤ ਹੈਰਾਨ ਵੀ ਬੜੀ ਕਿ ਇਹ ਮੰਦਰ ਕਿੱਥੇ ਬਣਾਉਣਾ ਹੈਗਾ, ਮਹਾਂਪੁਰਖਾਂ ਨੇ ਇਹ ਅਸਥਾਨ ਕਿੱਥੇ ਬਣਾਉਣਾ ਹੈਗਾ। ਪਰ ਸਾਰੇ ਚੁੱਪ ਸੀ। ਹੁਣ ਬਾਬਾ ਜੀ ਨੇ ਕੀ ਕੀਤਾ, ਇਸ ਤਰ੍ਹਾਂ ਜਦੋਂ ਸਾਰੀ ਰੇਤਾ ਅਤੇ ਸੀਮਟ ਮਿਕਸ ਹੋ ਗਿਆ, ਉਸ ਤੋਂ ਬਾਅਦ ਮਹਾਂਪੁਰਖ ਚੁੱਪ ਕਰ ਗਏ। ਅਗਲੇ ਦਿਨ ਫਿਰ ਕਹਿਣ ਲੱਗੇ ਭਾਈ ਰੇਤਾ ਲੈ ਕੇ ਆਓ, ਸੀਮਟ ਲੈ ਕੇ ਆਓ। ਫਿਰ ਵਚਨ ਮੰਨ ਕੇ ਰੇਤਾ ਅਤੇ ਸੀਮਟ ਲਿਆਂਦਾ। ਫਿਰ ਉਸੇ ਤਰ੍ਹਾਂ ਇਹਨਾਂ ਨੂੰ ਰਲਾਤਾ ਦੁਬਾਰਾ। ਫਿਰ ਮਹਾਂਪੁਰਖਾਂ ਦੇ ਹੁਕਮ ਦੇ ਆਦੇਸ਼ ਨਾਲ ਸੰਗਤਾਂ ਨੇ ਜਦ ਦੁਬਾਰਾ ਰਲਾਇਆ, ਉਸ ਤੋਂ ਬਾਅਦ ਫਿਰ ਅਗਲੇ ਦਿਨ ਫਿਰ ਇਸ ਤਰ੍ਹਾਂ ਹੀ ਕੀਤੀ। ਕਰਦੇ ਕਰਦੇ ਇਹ ਜਿਹੜਾ ਆਦੇਸ਼ ਹੁਕਮ ਸੀਗਾ ਨਾ ਰੇਤਾ ਅਤੇ ਸੀਮਟ ਲਿਆਉਣ ਦਾ, ਇਹ ਤਕਰੀਬਨ 20-25 ਦਿਨ ਇਸੇ ਤਰ੍ਹਾਂ ਚੱਲਦਾ ਰਿਹਾ। ਜਦ ਚੱਲਦਾ ਰਿਹਾ ਤਾਂ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਫਿਰ 20-25 ਦਿਨ ਤੋਂ ਬਾਅਦ ਮਹਾਂਪੁਰਖਾਂ ਨੇ ਸੰਗਤ ਨੂੰ ਆਖਿਆ, ਕਹਿੰਦੇ ਭਾਈ ਗੁਰੂ ਦੇ ਸੋਹਣੇ ਮੰਦਰ ਬਣ ਗਏ ਆ, ਬਹੁਤ ਸੋਹਣਾ ਹੋ ਗਿਆ, ਤੁਸੀਂ ਇਸ ਤਰ੍ਹਾਂ ਕਰੋ, ਹੁਣ ਜਿੰਨਾ ਵੀ ਜਿਹੜਾ ਸੀਮਟ ਰੇਤਾ ਪਈ ਆ ਇਹਨੂੰ ਚੱਕ ਕੇ ਛੱਪੜ 'ਚ ਸੁੱਟ ਦਿਓ। ਦੇਖੋ ਸੰਗਤ ਨੇ ਵਚਨ ਮੰਨਿਆ, ਰੇਤਾ ਅਤੇ ਸੀਮਟ ਚੱਕ ਕੇ ਸਾਰਾ ਛੱਪੜ 'ਚ ਸੁੱਟ ਦਿੱਤਾ। ਪਰ ਹੁਣ ਸਭ ਦੇ ਮਨ 'ਚ ਸਵਾਲ ਕਿ ਮਹਾਂਪੁਰਖਾਂ ਦਾ ਕੀ ਅਜੀਬ ਕੌਤਕ ਹੋਇਆ ਵੀ ਰੇਤਾ ਸੀਮਟ ਰੋਜ਼ ਰਲਾਉਂਦੇ ਆ, ਬਸ ਫਿਰ ਅਗਲੇ ਦਿਨ ਕਹਿ ਦਿੰਦੇ ਆ ਫਿਰ ਰੇਤਾ ਸੀਮਟ ਮੰਗਾ ਕੇ ਫਿਰ ਅਸੀਂ ਮਿਕਸ ਕਰਕੇ ਰੱਖ ਦੇਈਦਾ। ਪਰ ਸਾਨੂੰ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਦੀ ਖੇਡ ਕਿਉਂ ਖੇਡਦੇ ਆ। ਸਾਰੀ ਸੰਗਤ ਦੇ ਮਨ ਦੇ ਵਿੱਚ ਬਹੁਤ ਵੱਡਾ ਸਵਾਲ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਪਰ ਹੁਣ ਮਹਾਂਪੁਰਖਾਂ ਨੂੰ ਪੁੱਛਣ ਦੀ ਕੋਈ ਵੀ ਆਦਮੀ ਹਿੰਮਤ ਨਾ ਕਰੇ। ਇਸ ਤਰ੍ਹਾਂ ਕਰਦੇ ਕੁਛ ਦੇ ਦਿਨਾਂ ਦੇ ਬਾਅਦ ਇੱਕ ਵਾਰੀ ਇੱਕ ਸੰਗਤ ਜਿਹੜੀ ਟਰੱਕ ਦੇ ਵਿੱਚ ਆਈ ਸੀ, ਜਿਹਨਾਂ ਦੀ ਗਿਣਤੀ ਤਕਰੀਬਨ 60-70 ਸੀਗੀ, ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਈ ਅਤੇ ਆ ਕੇ ਸਾਰਿਆਂ ਨੇ ਲੰਮੇ ਪੈ ਕੇ ਬਾਬਾ ਜੀ ਨੇ ਡੰਡੌਤ ਬੰਦਨਾ ਕਰਕੇ ਮੱਥਾ ਟੇਕ। ਜਦ ਮੱਥਾ ਟੇਕਿਆ ਤਾਂ ਉਹਨਾਂ ਦੇ ਵਿੱਚ ਇੱਕ ਪ੍ਰੇਮੀ ਸੀ ਜਿਹੜਾ ਬਾਬਾ ਜੀ ਦੇ ਚਰਨ ਫੜ ਕੇ ਬੜਾ ਰੋਇਆ। ਜਦ ਬਹੁਤ ਜ਼ਿਆਦਾ ਉਹਨੇ ਬਰਾਗ ਕੀਤਾ, ਰੁਦਰ ਕੀਤਾ, ਤਾਂ ਫਿਰ ਉਹ ਆਪ ਹੀ ਰੋਂਦਾ ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਮੰਦਰ ਬਣਾਇਆ, ਗੁਰਦੁਆਰਾ ਸਾਹਿਬ ਬਣਾਇਆ, 20-25 ਦਿਨ ਰਹੇ ਆ, ਪਰ ਜਾਣ ਲੱਗੇ ਸਾਨੂੰ ਦੱਸਿਆ ਹੀ ਨਹੀਂ ਆ। 20-25 ਦਿਨ ਤੁਸੀਂ ਇੱਥੇ ਕਾਰ ਸੇਵਾ ਕਰਦੇ ਰਹੇ ਆ, ਜਾਣ ਲੱਗੇ ਸਾਨੂੰ ਦੱਸਿਆ ਨਹੀਂ, ਕਮ ਸੇ ਕਮ ਦੱਸ ਤਾਂ ਜਾਂਦੇ ਅਤੇ ਤੁਸੀਂ ਚੁੱਪ ਚਪੀਤੇ ਚਲੇ ਗਏ। ਪਰ ਸਾਨੂੰ ਹੁਣ ਪਤਾ ਲੱਗਾ ਹੈਗਾ ਕਿ ਤੁਸੀਂ ਇੱਥੇ ਨਿੱਕੇ ਘੁੰਮਣਾ, ਇਸ ਕਰਕੇ ਅੱਜ ਸਾਰੀ ਸੰਗਤ ਜਿਹੜੀ ਹੈ ਇੱਥੇ ਨਿੱਕੇ ਘੁੰਮਣ ਆਈ ਹੈ। ਜਦ ਇਹ ਗੱਲ ਹੋਈ ਤਾਂ ਕੋਲ ਬੈਠੇ ਪ੍ਰੇਮੀ ਜਿਹੜੇ ਸੀ ਬੜੇ ਹੈਰਾਨ ਹੋ ਗਏ। ਉਹ ਜਦ ਹੈਰਾਨ ਹੋਏ ਤਾਂ ਉਹਨਾਂ ਨੇ ਉਸ ਪ੍ਰੇਮੀ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਸੀ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਤਾਂ ਸਾਡੇ ਯੂਪੀ ਦੇ ਪੀਲੀਭੀਤ ਗੁਰਦੁਆਰੇ ਦੀ ਕਾਰ ਸੇਵਾ ਕਰਵਾ ਰਹੇ ਸੀ। 20-25 ਦਿਨ ਤਾਂ ਮਹਾਂਪੁਰਖ ਜਿਹੜੇ ਸੀ ਉੱਥੇ ਰਹੇ, ਪਰ ਅਚਨਚੇਤ ਉੱਥੋਂ ਲੋਪ ਹੋ ਗਏ। ਜਦ ਇਹ ਗੱਲ ਹੋਈ ਸੀ, ਸੰਗਤ ਸੁਣ ਕੇ ਬੜੀ ਹੈਰਾਨ ਹੋਈ ਅਤੇ ਮਨ ਵਿੱਚ ਸਾਰਿਆਂ ਦੇ ਹੋਏ ਸਵਾਲ ਸੀ ਵੀ ਬਾਬਾ ਜੀ ਤਾਂ ਕਿਤੇ ਗਏ ਹੀ ਨਹੀਂ। ਪਰ ਸੰਗਤ ਨੂੰ ਹੁਣ ਇਸ ਸਵਾਲ ਦਾ ਜਵਾਬ ਮਿਲ ਗਿਆ ਸੀਗਾ ਕਿ ਮਹਾਂਪੁਰਖ ਰੋਜ਼ ਰੇਤਾ ਅਤੇ ਸੀਮਟ ਸੰਗਤ ਨੂੰ ਕਹਿ ਕੇ ਮਿਲਾਉਂਦੇ ਹੁੰਦੇ ਸੀ ਅਤੇ ਕਹਿੰਦੇ ਹੁੰਦੇ ਸੀ ਬੜੇ ਸੋਹਣੇ ਗੁਰੂ ਦੇ ਮੰਦਰ ਬਣਨੇ ਆ। ਪਰ ਇਹ ਹੁਣ ਮੰਦਰ ਕਿੱਥੇ ਬਣਾਉਂਦੇ, ਇਹ ਭੇਦ ਖੁੱਲ੍ਹ ਗਿਆ ਕਿ ਮਹਾਂਪੁਰਖ ਜਿਹੜੇ ਇੱਥੋਂ ਹੀ ਬੈਠੇ ਦੋ ਸਰੀਰਾਂ ਦੇ ਵਿੱਚ ਕਿਵੇਂ ਕਾਰਜ ਕਰਦੇ ਆ,
ਇਹ ਬੜੀ ਅਚਰਜ ਖੇਡ ਹੈਗੀ ਆ। ਇਹ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਨਿਸ਼ਾਨੀ ਆ ਕਿ ਕਿਵੇਂ ਇੱਕੋ ਹੀ ਸਮੇਂ ਦੇ ਉੱਤੇ ਇੱਥੇ ਵੀ ਸੰਗਤਾਂ ਨੂੰ ਦਰਸ਼ਨਦਾਰੀ ਦੇ ਕੇ ਨਿਹਾਲ ਕਰਦੇ ਆ, ਉਹਨਾਂ ਦੀਆਂ ਕਾਮਨਾ ਪੂਰੀਆਂ ਕਰਦੇ ਆ, ਅਤੇ ਉਧਰ ਵੀ ਪੀਰੀ ਪੀਤ ਗੁਰਦੁਆਰੇ ਦੀ ਮਹਾਂਪੁਰਖ ਜਿਹੜੇ ਆ ਉਹਨਾਂ ਟਾਈਮਾਂ ਦੇ ਵਿੱਚ ਕਾਰ ਸੇਵਾ ਕਰਵਾ ਰਹੇ ਆ। ਸੋ ਜਦ ਇਹ ਸਾਰੀ ਸੰਗਤ ਨੂੰ ਭੇਦ ਖੋਲ੍ਹਿਆ, ਸਾਰੇ ਪਾਸੇ ਸੰਗਤ ਨੇ ਧੰਨ ਗੁਰੂ ਨਾਨਕ ਉੱਚੀ ਉੱਚੀ ਜੈਕਾਰੇ ਲਾਉਣੇ ਛੱਡਣੇ ਸ਼ੁਰੂ ਕਰ ਦਿੱਤੇ। ਅਤੇ ਫਿਰ ਬਾਬਾ ਜੀ ਉਸ ਪ੍ਰੇਮੀ ਨੂੰ ਕਹਿਣ ਲੱਗੇ, ਕਹਿੰਦੇ ਪ੍ਰੇਮੀਆ ਬਸ ਕਰ ਬਹੁਤ ਨਾ ਬੋਲ। ਜਦ ਇੰਨੀ ਗੱਲ ਹੋਈ ਤਾਂ ਉਸ ਪ੍ਰੇਮੀ ਨੂੰ ਚੁੱਪ ਕਰਾਇਆ। ਪਰ ਹੁਣ ਇਹ ਜਿਹੜਾ ਭੇਦ ਖੁੱਲ੍ਹ ਚੁੱਕਾ ਸੀਗਾ, ਜਦੋਂ ਇਹ ਭੇਦ ਖੁੱਲ੍ਹ ਚੁੱਕਾ ਸੀ ਤਾਂ ਸੰਗਤਾਂ ਦੇ ਵਿੱਚ ਧੰਨ ਬਾਬਾ ਹਜ਼ਾਰਾ ਸਿੰਘ ਜੀ, ਧੰਨ ਬਾਬਾ ਹਜ਼ਾਰਾ ਸਿੰਘ ਜੀ ਦੀ ਇਹ ਮਹਿਮਾ ਦੀ ਜਿਹੜੀ ਉੱਚੀ ਉੱਚੀ ਸੁਰ ਸੀਗੀ ਗੂੰਜਣ ਲੱਗੀ। ਇਹ ਮਹਾਂਪੁਰਖਾਂ ਦੇ ਅਦੁੱਤੀ ਕਾਰਨਾਮੇ ਆ ਜਿਹੜੇ ਆਮ ਸੰਸਾਰੀ ਲੋਕਾਂ ਦੀ ਪਕੜ ਤੋਂ ਬਾਹਰ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਪ੍ਰੇਮੀ ਦੱਸਦੇ ਸੀਗੇ, ਉਹ ਕਹਿਣ ਲੱਗੇ ਕਿ ਮੈਂ ਵੀ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਇੱਕ ਵਾਰ ਜਦ ਹਾਜ਼ਰ ਹੋਇਆ ਸੀਗਾ, ਉਸ ਟਾਈਮ ਬਾਬਾ ਜੀ ਇੱਕ ਦਿਨ ਦੁਪਹਿਰਾ ਬੜਾ ਸੀਗਾ, ਜੂਨ ਜੁਲਾਈ ਦੇ ਮਹੀਨੇ ਸੀ, ਬੜੀ ਗਰਮੀ ਸੀਗੀ, ਅਤੇ ਚੋਅ ਦੇ ਕੰਢੇ ਜਿਹੜੇ ਸੀ ਆਪਣੀ ਮੌਜ ਨਾਲ ਜਾ ਰਹੇ ਸੀ। ਅਤੇ ਮੈਂ ਕਹਿੰਦੇ ਉੱਪਰ ਛਤਰੀ ਫੜੀ ਹੋਈ ਸੀ। ਜਦ ਮਹਾਂਪੁਰਖਾਂ ਦੇ ਉੱਪਰ ਛਤਰੀ ਫੜੀ ਹੋਈ ਸੀ ਜਾਂ ਤਾਂ ਜੋ ਧੁੱਪ ਦੇ ਵਿੱਚ ਮਹਾਂਪੁਰਖਾਂ ਨੂੰ ਗਰਮੀ ਨਾ ਲੱਗੇ। ਕਹਿੰਦੇ ਮੈਂ ਨਾਲ ਚੱਲ ਰਿਹਾ ਸੀਗਾ, ਚੱਲਦੇ ਅਚਨਚੇਤ ਕਹਿੰਦੇ ਮੈਨੂੰ ਪਿਸ਼ਾਬ ਲੱਗਾ। ਜਦ ਪਿਸ਼ਾਬ ਲੱਗਾ ਅਤੇ ਕਹਿੰਦੇ ਵੀ ਮੈਂ ਜਿਹੜਾ ਸੀਗਾ ਮਨ 'ਚ ਸੋਚਿਆ ਕਿ ਅਗਰ ਮੈਂ ਪਿਸ਼ਾਬ ਕਰਨ ਚਲਿਆ ਜਾਂਦਾ ਹੈਗਾ ਅਤੇ ਫਿਰ ਇਹ ਮਹਾਂਪੁਰਖਾਂ ਦੀ ਛਤਰੀ ਦੀ ਸੇਵਾ ਕੌਣ ਕਰੂਗਾ। ਕਹਿੰਦੇ ਵੀ ਮੇਰੇ ਮਨ ਦੇ ਵਿੱਚ ਸਵਾਲ ਸੀਗਾ, ਅਤੇ ਪਰ ਕਹਿੰਦੇ ਵੀ ਮੈਂ ਇਹ ਸੋਚਦਾ ਨਾਲ ਜਾ ਰਿਹਾ ਸੀਗਾ। ਫਿਰ ਕਹਿੰਦੇ ਇਹ ਜਿਹੜਾ ਪਿਸ਼ਾਬ ਦਾ ਅੰਦਰ ਜ਼ੋਰ ਸੀਗਾ ਜਦ ਜ਼ਿਆਦਾ ਹੋਇਆ, ਅਤੇ ਕਹਿੰਦੇ ਅਚਨਚੇਤ ਮਹਾਂਪੁਰਖ ਜਿਹੜੇ ਸੀਗੇ ਉਹ ਕਹਿੰਦੇ ਰੁਕ ਗਏ। ਮੈਨੂੰ ਕਹਿਣ ਲੱਗੇ, ਕਹਿੰਦੇ ਪ੍ਰੇਮੀ ਇਸ ਤਰ੍ਹਾਂ ਕਰ, ਤੂੰ ਜੋ ਵਰਤਾਰਾ ਕਰਨਾ ਜਾ ਕੇ ਕਰਿਆ, ਛਤਰੀ ਦੀ ਛਾਂ ਦੀ ਤੂੰ ਫਿਕਰ ਨਾ ਕਰ। ਕਹਿੰਦੇ ਇੰਨੀ ਗੱਲ ਹੋਈ ਤਾਂ ਮਹਾਂਪੁਰਖਾਂ ਦਾ ਕਹਿੰਦੇ ਮੈਂ ਵਚਨ ਮੰਨ ਕੇ ਜਿਹੜੀ ਛਤਰੀ ਸੀ ਇੱਕ ਪਾਸੇ ਕਰਤੀ, ਬੰਦ ਕਰ ਦਿੱਤੀ, ਅਤੇ ਆਪ ਕਹਿੰਦੇ ਵੀ ਮੈਂ ਪਿਸ਼ਾਬ ਕਰਨ ਚਲੇ ਗਿਆ। ਜਦ ਪਿਸ਼ਾਬ ਕਰਨ ਗਿਆ ਤਾਂ ਕਹਿੰਦੇ ਮੇਰੇ ਮਨ 'ਚ ਹੈ ਵੀ ਮਹਾਂਪੁਰਖਾਂ ਨੂੰ ਗਰਮੀ ਲੱਗੂਗੀ, ਬੜਾ ਮੁਸ਼ਕਿਲ ਹੈ, ਹੋਰ ਪ੍ਰੇਮੀ ਤਾਂ ਕੋਈ ਨਹੀਂ। ਪਰ ਦੇਖੋ ਕਹਿੰਦੇ ਕੁਦਰਤ ਨੇ ਐਸੀ ਖੇਡ ਖੇਡੀ ਕਿ ਅਸਮਾਨ ਦੇ ਕੋਈ ਛੋਟੀ ਜਿਹੀ ਬਦਲੀ ਜਿਹੜੀ ਸੀ ਸੂਰਜ ਦੇ ਸਾਹਮਣੇ ਆ ਗਈ। ਅਤੇ ਜਦ ਸੂਰਜ ਦੇ ਸਾਹਮਣੇ ਆ ਗਈ ਤਾਂ ਕਹਿੰਦੇ ਮੈਂ ਕੀ ਤੱਕਿਆ ਕਿ ਮਹਾਂਪੁਰਖਾਂ ਦੇ ਉੱਤੇ ਜਿਹੜੀ ਸੀ ਉਹ ਬਦਲੀ ਦੀ ਛਾਂ ਹੋ ਗਈ, ਅਤੇ ਬਾਕੀ ਆਲੇ ਦੁਆਲੇ ਸਾਰੀ ਧੁੱਪ ਸੀਗੀ। ਕਹਿੰਦੇ ਮੈਂ ਇੱਕ ਜਿਹੜਾ ਕ੍ਰਿਸ਼ਮਾ ਸੀਗਾ ਦੇਖ ਕੇ ਦੰਗ ਰਹਿ ਗਿਆ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਦ ਪਿਸ਼ਾਬ ਦੀ ਕਿਰਿਆ ਤੋਂ ਵਿਹਲਾ ਹੋਇਆ, ਹੱਥ ਮੂੰਹ ਧੋ ਕੇ ਜਦ ਦੁਬਾਰਾ ਕਹਿੰਦੇ ਵੀ ਮੈਂ ਛਤਰੀ ਹੱਥ 'ਚ ਫੜੀ ਅਤੇ ਅਚਨਚੇਤ ਜਿਹੜੀ ਬਦਲੀ ਸੀਗੀ ਗਾਇਬ ਹੋ ਗਈ। ਸੋ ਇਹ ਆ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅਦੁੱਤੀ ਕਾਰਨਾਮੇ। ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ ਸੀਗਾ ਕਿ ਮਹਾਂਪੁਰਖ ਜਿਹੜੇ ਸੀ ਉਹ ਖੇਤਾਂ ਦੇ ਵਿੱਚ ਮੰਜੇ 'ਤੇ ਲੰਮੇ ਪਏ ਸੀ। ਜਦ ਮੰਜੇ 'ਤੇ ਲੰਮੇ ਪਏ ਸੀ ਆਪਣੀ ਮੌਜ ਦੇ ਵਿੱਚ, ਸੰਗਤ ਜਿਹੜੀ ਸੀ ਦੂਰ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਮੰਜੇ 'ਤੇ ਪਿਆ ਤੱਕ ਰਹੀ ਸੀ। ਅਚਨਚੇਤ ਕਹਿੰਦੇ ਵੀ ਅਸਮਾਨ ਦੇ ਉੱਤੇ ਬੱਦਲ ਛਾ ਗਏ। ਜਦ ਬੱਦਲ ਛਾਏ ਉਸ ਤੋਂ ਬਾਅਦ ਬੜੀ ਭਾਰੀ ਵਰਖਾ ਹੋਈ, ਅਤੇ ਪਰ ਵਰਖਾ ਦੇ ਵਿੱਚ ਹੀ ਮਹਾਂਪੁਰਖ ਉਸੇ ਹੀ ਮੰਜੇ 'ਤੇ ਜਿਹੜੇ ਸੀਗੇ ਉਹ ਲੇਟੇ ਹੋਏ ਲੰਮੇ ਪੈ ਰਹੇ। ਜਦ ਪੈ ਰਹੇ ਅਤੇ ਸੰਗਤ ਜਿਹੜੀ ਆ ਦੂਰੋਂ ਦੇਖਦੀ ਆ, ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਮਹਾਂਪੁਰਖ ਨੂੰ ਜਾ ਕੇ ਠਾਲੀਏ ਕਿ ਭਾਈ ਮੀਂਹ ਬੜੀ ਜ਼ੋਰ ਨਾਲ ਪੈ ਰਿਹਾ ਹੈਗਾ, ਇਸ ਕਰਕੇ ਤੁਸੀਂ ਉੱਠ ਕੇ ਅੰਦਰ ਕਿਸੇ ਅਸਥਾਨ ਦੇ ਥੱਲੇ ਚਲੇ ਜਾਓ ਤਾਂ ਜੋ ਮੀਂਹ ਕਣੀ ਤੋਂ ਬਚਿਆ ਜਾ ਸਕੇ। ਪਰ ਸੰਗਤ ਸਾਰੀ ਮਨ ਦੇ ਵਿੱਚ ਇਹ ਸਵਾਲ ਲੈ ਕੇ ਬੈਠੀ ਹੋਈ ਸੀ, ਪਰ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਮਹਾਂਪੁਰਖਾਂ ਨੂੰ ਠਾਲਿਆ ਜਾਵੇ, ਕਿਉਂਕਿ ਜਿਹੜੇ ਪ੍ਰੇਮੀ ਸੀ ਉਹਨਾਂ ਨੂੰ ਪਤਾ ਸੀ ਕਿ ਮਹਾਂਪੁਰਖ ਇਸ ਟਾਈਮ ਮੰਜੇ ਦੇ ਉੱਤੇ ਪਤਾ ਨਹੀਂ ਕਿਹੜੀ ਮੌਤ ਦੇ ਵਿੱਚ ਬੈਠੇ ਹੋਏ ਆ, ਕਿ ਇਸ ਦੇਸ਼ ਵਿਦੇਸ਼ ਅਸਥਾਨ 'ਤੇ ਗਏ ਹੋਏ ਆ। ਇਸ ਕਰਕੇ ਕਿਸੇ ਨੇ ਜ਼ਰੂਰਤ ਨਹੀਂ ਕੀਤੀ। ਪਰ ਮੀਂਹ ਜਿਹੜਾ ਸੀਗਾ ਉਹ ਆਪਣੀ ਜ਼ੋਰ ਦੇ ਵਿੱਚ ਪੂਰੀ ਤਰ੍ਹਾਂ ਚੱਲ ਰਿਹਾ ਸੀਗਾ। ਜਦ ਬਾਰਿਸ਼ ਪੂਰੀ ਜ਼ੋਰ ਨਾਲ ਹੋ ਰਹੀ ਸੀ, ਅਚਨਚੇਤ ਬਾਬਾ ਜੀ ਦਾ ਸਾਹਿਬਜ਼ਾਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਜਿਹੜੇ ਆ ਬਾਹਰ ਮੰਜੇ ਦੇ ਉੱਤੇ ਉਸੇ ਤਰ੍ਹਾਂ ਲੇਟੇ ਹੋਏ ਆ ਬਾਰਿਸ਼ ਦੇ ਵਿੱਚ, ਇਹ ਫਿਰ ਜਿਹੜੇ ਸਾਹਿਬਜ਼ਾਦੇ ਸੀ ਬਾਬਾ ਜੀ ਦੇ, ਜਦ ਬਾਬਾ ਜੀ ਦੇ ਪਾਸ ਗਏ, ਪਾਸ ਜਾ ਕੇ ਜਦ ਬਾਬਾ ਜੀ ਨੂੰ ਠਾਲਣ ਲੱਗੇ ਤਾਂ ਕੀ ਦੇਖਿਆ ਕਿ ਆਲੇ ਦੁਆਲੇ ਤਾਂ ਬੜਾ ਪਾਣੀ ਖੜਾ ਸੀਗਾ, ਪਰ ਜਿਸ ਜਗ੍ਹਾ 'ਤੇ ਬਾਬਾ ਜੀ ਲੰਮੇ ਪਏ ਹੋਏ ਸੀ ਉਹ ਜਗ੍ਹਾ ਪੂਰੀ ਤਰ੍ਹਾਂ ਸੁੱਕੀ ਹੋਈ ਸੀ, ਉੱਥੇ ਬਾਰਿਸ਼ ਦੀ ਇੱਕ ਵੀ ਕਣੀ ਨਹੀਂ ਸੀ। ਜਦ ਸੰਗਤ ਨੇ ਇਹ ਵੀ ਕੌਤਕ ਤੱਕਿਆ ਸੀਗਾ ਤਾਂ ਸਾਰੀਆਂ ਜਿਹੜੀਆਂ ਸੀਗੀਆਂ ਧੰਨ ਬਾਬਾ ਹਜ਼ਾਰਾ ਸਿੰਘ, ਧੰਨ ਬਾਬਾ ਹਜ਼ਾਰਾ ਸਿੰਘ ਜਿਹੜੀਆਂ ਸੰਗਤਾਂ ਗੁਣ ਗਾਉਣ ਲੱਗ ਪਈਆਂ ਸੀ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਜੈਕਾਰੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਸੰਗਤਾਂ ਨੇ ਲਾਏ ਸੀ। ਇਸੇ ਤਰ੍ਹਾਂ ਇੱਕ ਸਰਦਾਰ ਜਾਗਰ ਸਿੰਘ ਹੋਏ ਆ। ਇਹ ਜਿਹੜੇ ਭਾਈ ਜਾਗਰ ਸਿੰਘ ਹੁੰਦੇ ਸੀਗੇ, ਇਹਨਾਂ ਨੇ ਵੀ ਆਪਣੀ ਇੱਕ ਹੱਡ ਬੀਤੀ ਸੰਗਤਾਂ ਨਾਲ ਸਾਂਝੀ ਕੀਤੀ ਸੀ। ਉਹ ਕਹਿਣ ਲੱਗੇ ਕਿ ਜਦੋਂ ਮਹਾਂਪੁਰਖ ਹਜੇ ਇੰਨੇ ਪ੍ਰਸਿੱਧ ਨਹੀਂ ਸੀ,
ਪਰ ਉਹਨਾਂ ਟਾਈਮਾਂ ਦੇ ਵਿੱਚ ਵੀ ਬਾਬਾ ਜੀ ਜੋ ਮੂੰਹ ਤੋਂ ਬਚਨ ਕਹਿੰਦੇ ਹੁੰਦੇ ਸੀ ਸੱਤ ਹੋ ਜਾਂਦਾ ਹੁੰਦਾ ਸੀ। ਉਹ ਕਹਿਣ ਲੱਗੇ ਕਿ ਅਸੀਂ ਹੈ ਨਾ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਨੂੰ ਉਹਨਾਂ ਟਾਈਮਾਂ ਵਿੱਚ ਵੀ ਸਾਧੂ ਸਮਝਦੇ ਹੁੰਦੇ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜੀ ਦੀ ਉਮਰ ਭਾਵੇਂ ਛੋਟੀ ਹੁੰਦੀ ਸੀਗੀ ਪਰ ਫਿਰ ਵੀ ਕਹਿੰਦੇ ਵੀ ਇਹਨਾਂ ਦੀ ਭਜਨ ਬੰਦਗੀ ਦਾ ਪ੍ਰਤਾਪ ਬੜਾ ਹੁੰਦਾ ਸੀਗਾ। ਸੋ ਕਹਿੰਦੇ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜੀ ਦੀ ਜਿਹੜੀ ਜ਼ਮੀਨ ਹੁੰਦੀ ਸੀ, ਜਿਹੜਾ ਚੱਕ ਹੁੰਦਾ ਸੀਗਾ, ਉਹਦੇ ਪਾਸੇ ਦੋਨੇ ਸੂਏ ਹੁੰਦੇ ਸੀਗੇ ਅਤੇ ਦੋਨੇ ਸੂਆਂ ਦੇ ਵਿਚਕਾਰ ਬਾਬਾ ਜੀ ਦੀ ਅਥਾਹ ਜ਼ਮੀਨ ਇਹਨਾਂ ਦੇ ਪੁਰਖਾਂ ਦੀ ਸੀਗੀ। ਅਤੇ ਇਹਨਾਂ ਦੇ ਵਿੱਚ ਕਹਿੰਦੇ ਵੀ ਬੜੀਆਂ ਜਿਹੜੀਆਂ ਬੇਰੀਆਂ ਹੁੰਦੀਆਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ ਉਹ ਲੱਗੀਆਂ ਹੁੰਦੀਆਂ ਸੀ ਅਤੇ ਇਹਨਾਂ ਬੇਰੀਆਂ ਨੂੰ ਬੇਰ ਲੱਗੇ ਹੁੰਦੇ ਸੀ। ਸੋ ਭਾਈ ਜਾਗਰ ਸਿੰਘ ਜੀ ਕਹਿਣ ਲੱਗੇ ਕਿ ਮੈਂ ਉਹਨਾਂ ਟਾਈਮਾਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਬਗੀਚੇ ਹੁੰਦੇ ਸੀ ਉਹ ਕਹਿੰਦੇ ਵੀ ਮੈਂ ਠੇਕੇ 'ਤੇ ਮੁੱਲ ਲੈ ਲੈਂਦਾ ਸੀਗਾ ਅਤੇ ਉਹਨਾਂ ਦਾ ਫਲ ਜਿਹੜਾ ਸੀਗਾ ਉਹ ਝਾੜ ਕੇ ਮੰਡੀ ਵੇਚਦਾ ਹੁੰਦਾ ਸੀ। ਇਸ ਤਰ੍ਹਾਂ ਮੇਰੀ ਕਿਰਤ ਹੁੰਦੀ ਸੀ। ਕਹਿੰਦੇ ਅਸੀਂ ਕੀ ਕੀਤਾ, ਬਾਬਾ ਜੀ ਦੇ ਭਰਾਵਾਂ ਦੇ ਨਾਲ ਪਰਿਵਾਰ ਨਾਲ ਗੱਲ ਕਰਕੇ ਇਹ ਜਿਹੜੀਆਂ ਬੇਰੀਆਂ ਨੂੰ ਬੇਰ ਲੱਗੇ ਸੀਗੇ, ਇਹ ਬੇਰ ਜਿਹੜੇ ਸੀਗੇ ਇਹਨਾਂ ਦਾ ਵੇਚਣ ਦਾ ਠੇਕਾ ਲੈ ਲਿਆ। ਜਦੋਂ ਕਹਿੰਦੇ ਅਸੀਂ ਇਹ ਬੇਰ ਵੇਚਣ ਦਾ ਜਿਹੜਾ ਧੰਦਾ ਵਪਾਰ ਸੀਗਾ ਇਹ ਜਦ ਇਹਨਾਂ ਦੇ ਪਰਿਵਾਰ ਦੇ ਨਾਲ ਸਾਂਝਾ ਕਰ ਲਿਆ, ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਉੱਥੇ ਇੱਕ ਕੁੱਲੀ ਪਾ ਲਈ। ਕੁੱਲੀ ਪਾ ਕੇ ਜਿਹੜੇ ਸੀ ਉੱਥੇ ਰਹਿਣ ਲੱਗ ਪਏ। ਅਤੇ ਇੱਕ ਕਹਿੰਦੇ ਸਾਡੇ ਕੋਲ ਛੋਟੀ ਖੱਚਰ ਖੋਤੀ ਹੁੰਦੀ ਸੀ, ਉਹ ਵੀ ਕਹਿੰਦੇ ਅਸੀਂ ਪਾਸ ਰੱਖੀ ਹੁੰਦੀ ਸੀ। ਉਹਦੇ 'ਤੇ ਲੱਦ ਕੇ ਜਿਹੜੇ ਬੇਰ ਸੀਗੇ ਫਿਰ ਕਹਿੰਦੇ ਅਸੀਂ ਮੰਡੀ ਲੈ ਕੇ ਜਾਂਦੇ ਹੁੰਦੇ ਸੀ। ਸੋ ਸੱਜਣ ਕਹਿਣ ਲੱਗੇ ਕਿ ਇੱਕ ਦਿਨ ਕੀ ਹੋਇਆ, ਅਚਨਚੇਤ ਰਾਤ ਨੂੰ ਬੜਾ ਹਨੇਰੀ ਤੂਫਾਨ ਆਇਆ। ਜਦ ਹਨੇਰੀ ਤੂਫਾਨ ਝੱਖੜ ਆਇਆ ਅਤੇ ਇਸ ਹਨੇਰੀ ਤੂਫਾਨ ਝੱਖੜ ਦੇ ਨਾਲ ਕਹਿੰਦੇ ਜਿਹੜੀ ਮੇਰੀ ਝੌਂਪੜੀ ਸੀਗੀ ਜਿੱਥੇ ਮੈਂ ਰਹਿੰਦਾ ਸੀਗਾ ਕਹਿੰਦੇ ਉਹ ਵੀ ਉੱਡ ਗਈ। ਅਤੇ ਮੈਂ ਕੀ ਦੇਖਿਆ ਕਿ ਜਿੰਨੇ ਬੇਰੀਆਂ ਦੇ ਬੇਰ ਸੀਗੇ ਸਾਰੇ ਮੀਂਹ ਹਨੇਰੀ ਝੱਖੜ ਦੇ ਨਾਲ ਕਹਿੰਦੇ ਸਾਰੇ ਝੜ ਗਏ ਤਾਂ ਥੱਲੇ ਜਿਹੜੇ ਸੀਗੇ ਇਹਨਾਂ ਬੇਰਾਂ ਦੇ ਢੇਰ ਲੱਗ ਗਏ। ਜਦ ਬੇਰਾਂ ਦੇ ਥੱਲੇ ਢੇਰ ਲੱਗ ਗਏ ਵਿੱਚ ਟਾਵੇਂ ਬੇਰ ਜਿਹੜੇ ਸੀ ਬੇਰੀਆਂ ਦੇ ਨਾਲ ਰਹਿ ਗਏ। ਅਤੇ ਭਾਈ ਜਾਗਰ ਸਿੰਘ ਜੀ ਕਹਿਣ ਲੱਗੇ ਕਿ ਮੇਰਾ ਮਨ ਬੜਾ ਪਰੇਸ਼ਾਨ ਹੋਇਆ ਕਿ ਭਾਈ ਹੁਣ ਕੀ ਕੀਤਾ ਜਾਵੇ। ਮਨ ਦੇ ਵਿੱਚ ਸੋਚਿਆ ਕਿ ਬੇਰੀਆਂ ਦੇ ਬੇਰ ਤਾਂ ਥੱਲੇ ਝੜ ਕੇ ਹੇਠਾਂ ਜ਼ਮੀਨ 'ਤੇ ਡਿੱਗ ਗਏ ਆ, ਅਤੇ ਪਰ ਹੁਣ ਜਿਹੜਾ ਮੈਂ ਸੌਦਾ ਕੀਤਾ ਹੈਗਾ ਮਹਾਂਪੁਰਖਾਂ ਦੇ ਪਰਿਵਾਰ ਦੇ ਨਾਲ ਇਹਦਾ ਪੈਸੇ ਦੀ ਵਸੂਲੀ ਹੈਗੀ ਆ, ਕਹਿੰਦੇ ਮੈਂ ਹੁਣ ਕਿਵੇਂ ਕਰ ਸਕਦਾ ਹੈਗਾ। ਇਹ ਸੋਚ ਕੇ ਕਹਿੰਦੇ ਮੈਂ ਮਨ ਦੇ ਵਿੱਚ ਤੌਖਲਾ ਖਾਧਾ ਅਤੇ ਮਨ 'ਚ ਇਹ ਵਿਚਾਰ ਆਈ ਵੀ ਹੁਣ ਤਾਂ ਜਿਹੜਾ ਇਹ ਸੌਦਾ ਕੀਤਾ ਸੀਗਾ ਇਹਨਾਂ ਬੇਰਾਂ ਦਾ, ਹੁਣ ਇਹ ਬੇਰ ਤਾਂ ਝੜ ਕੇ ਥੱਲੇ ਡਿੱਗ ਪਏ ਆ, ਹੁਣ ਇਹਦੀ ਦਾ ਕੋਈ ਮੁੱਲ ਨਹੀਂ ਪੈਣਾ ਹੈਗਾ। ਇਸ ਕਰਕੇ ਕਹਿੰਦੇ ਵੀ ਮੈਂ ਉੱਥੋਂ ਨੱਠਣ ਦਾ ਫੈਸਲਾ ਕਰ ਲਿਆ। ਉਹ ਤੋਂ ਬਾਅਦ ਭਾਈ ਜਾਗਰ ਸਿੰਘ ਜੀ ਕਹਿਣ ਲੱਗੇ ਕਿ ਮੈਂ ਆਪਣੀ ਖੋਤੀ ਜਿਹੜੀ ਫੜੀ ਉਹ 'ਤੇ ਬੈਠ ਕੇ ਜਦੋਂ ਕਹਿੰਦੇ ਮੈਂ ਉੱਥੋਂ ਚੋਰੀ ਛਿਪੇ ਭੱਜ ਗਿਆ ਅਤੇ ਮੋਹਰਿਓਂ ਕਹਿੰਦੇ ਮੈਨੂੰ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਮਿਲ ਗਏ। ਜਦ ਕਹਿੰਦੇ ਮਿਲ ਗਏ ਅਤੇ ਕਹਿੰਦੇ ਮੈਨੂੰ ਦੇਖਦੇ ਸਾਰੀ ਕਹਿਣ ਲੱਗੇ ਕਿਉਂ ਭਾਈ ਚੋਰੀ ਭੱਜ ਕੇ ਕਿੱਥੇ ਜਾਂਦਾ ਹੈਗਾ। ਕਹਿੰਦੇ ਜਦ ਇੰਨੀ ਗੱਲ ਹੋਈ ਮਨ 'ਚ ਸ਼ਰਮਿੰਦਾ ਵੀ ਹੋਇਆ ਅਤੇ ਫਿਰ ਕਹਿੰਦੇ ਮੈਂ ਫਿਰ ਇਹਨਾਂ ਨੂੰ ਸਾਹਮਣੇ ਜਿਹੜੀ ਸੱਚੀ ਗੱਲ ਸੀ ਉਹ ਦੱਸ ਦਿੱਤੀ। ਕਿਉਂਕਿ ਕਹਿੰਦੇ ਮੈਂ ਹੈ ਨਾ ਇਹਨਾਂ ਮਹਾਂਪੁਰਖਾਂ ਤੋਂ ਚਾਹੇ ਉਹਨਾਂ ਟਾਈਮਾਂ 'ਚ ਇੰਨੇ ਪ੍ਰਸਿੱਧ ਨਹੀਂ ਸੀ ਹੁੰਦੇ, ਮੈਂ ਬੜਾ ਭੈ ਖਾਂਦਾ ਸੀ। ਮੈਨੂੰ ਇੰਨਾ ਪਤਾ ਹੁੰਦਾ ਸੀਗਾ ਕਿ ਇਹ ਮਹਾਂਪੁਰਖ ਹੈਗੇ ਆ, ਜੋ ਗੱਲ ਰਸਣ ਤੋਂ ਕਹਿੰਦੇ ਉਹ ਸੱਤ ਹੋ ਜਾਂਦੀ ਹੈ। ਇਸ ਕਰਕੇ ਭਾਈ ਜਾਗਰ ਸਿੰਘ ਜੀ ਕਹਿਣ ਲੱਗੇ ਮੈਂ ਪੂਰੀ ਜਿਹੜੀ ਸੱਚਾਈ ਸੀ ਬਿਆਨ ਕਰ ਦਿੱਤੀ ਕਿ ਚਾਹੇ ਮੈਂ ਆਪ ਜੀ ਦੇ ਨਾਲ ਇਹਨਾਂ ਬੇਰਾਂ ਦਾ ਸੌਦਾ ਕੀਤਾ ਪਰ ਹੁਣ ਬੇਰ ਸਾਰੇ ਝੜ ਗਏ ਆ ਅਤੇ ਮੈਂ ਪੈਸਿਆਂ ਦੀ ਅਦਾਇਗੀ ਨਹੀਂ ਕਰ ਸਕਦਾ। ਇਸ ਕਰਕੇ ਮੈਂ ਸੋਚਿਆ ਕਿ ਇੱਥੋਂ ਭੱਜ ਹੀ ਜਾਈਏ, ਉਹੀ ਚੰਗਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਬਾਬਾ ਜੀ ਮੁਸਕਰਾ ਕੇ ਮੈਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ, ਇਹ ਜਿਹੜੇ ਝੜੇ ਹੋਏ ਬੇਰ ਵਾ ਹੈ ਨਾ ਇਹ ਵੀ ਬੇਰ ਜਿਹੜੇ ਪੱਕਿਆਂ ਦੇ ਭਾਅ ਵਿਕ ਜਾਣਗੇ, ਤੈਨੂੰ ਫਿਕਰ ਕਰਨ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਦੋਂ ਕਹਿੰਦੇ ਮਹਾਂਪੁਰਖਾਂ ਨੇ ਮੈਨੂੰ ਇਸ ਤਰ੍ਹਾਂ ਦਿਲਾਸਾ ਦਿੱਤਾ ਦੇ ਕੇ ਕਹਿੰਦੇ ਇੱਕ ਪਾਸੇ ਨੂੰ ਤੁਰ ਪਏ ਅਤੇ ਫਿਰ ਕਹਿੰਦੇ ਵੀ ਮੈਂ ਵੀ ਜਿਹੜਾ ਸੀਗਾ ਮਹਾਂਪੁਰਖਾਂ ਦੇ ਪਿਛਲੇ ਪਾਸੇ ਕਹਿੰਦੇ ਜਾ ਕੇ ਮੱਥਾ ਟੇਕਿਆ ਕਿ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਮਹਾਂਪੁਰਖਾਂ ਨੇ ਜੋ ਗੱਲ ਕਹੀ ਉਹ ਸੱਚੀ ਆ। ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਝੜੇ ਹੋਏ ਬੇਰ ਸੀ ਅਤੇ ਉੱਪਰ ਜਿਹੜੇ ਥੋੜ੍ਹੇ ਬੇਰ ਰਹਿ ਗਏ ਸੀ, ਕਹਿੰਦੇ ਵੀ ਇਹ ਸਾਰੇ ਬੇਰ ਜਦੋਂ ਮੈਂ ਕਹਿੰਦੇ ਇਕੱਠੇ ਕਰਕੇ ਮੰਡੀ ਵਿੱਚ ਵੇਚੇ ਅਤੇ ਜਿਹੜਾ ਅਨੁਮਾਨ ਮੈਂ ਲਾਇਆ ਸੀਗਾ ਕਿ ਮੈਨੂੰ ਇਹਨਾਂ ਬੇਰਾਂ ਤੋਂ ਇੰਨੀ ਬੱਚਤ ਹੋਊਗੀ, ਉਸ ਅਨੁਮਾਨ ਦੇ ਹਿਸਾਬ ਨਾਲੋਂ ਕਹਿੰਦੇ ਮੈਨੂੰ ਦੁੱਗਣੀ ਬੱਚਤ ਜਿਹੜੀ ਸੀ ਇਹਨਾਂ ਬੇਰਾਂ ਤੋਂ ਹੋਈ ਆ। ਅਤੇ ਕਹਿੰਦੇ ਫਿਰ ਮੈਂ ਮਹਾਂਪੁਰਖਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਦਿਲ ਦੇ ਵਿੱਚ ਇੰਨਾ ਪੂਜਦਾ, ਇੰਨੀ ਸ਼ਰਧਾ ਰੱਖਦਾ ਹੈਗਾ ਕਿ ਮੈਂ ਤਾਂ ਬਸ ਇਹੋ ਹੀ ਕਹਿੰਦਾ ਕਿ ਬਾਬਾ ਜੀ ਜਿਹੜੇ ਇਹ ਤੁਰੇ ਫਿਰਦੇ ਰੱਬ ਹੈਗੇ ਆ। ਸੋ ਉਹਨਾਂ ਸੰਗਤਾਂ ਦੇ ਚੰਗੇ ਭਾਗ ਆ ਜਿਹੜੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਆ। ਸੋ ਦਾਸ ਇੰਨੇ ਹੀ ਵਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।